मैं होर थाऊँ नाही, जिस पै करूँ बिनती। मेरा दुख सुख तुझ ही पास। हम अवगुण परे एक गुण नाही, अमृत छाड़ बिखै बिख खाही। माया मोह परम पै पुले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। इक अरदास पाठ कीरत की, गुरु रामदास राखो सरनाई। इक अरदास पाठ कीरत की, गुरु रामदास राखो सरनाई। सतगुर आयो शरण तुहारी, मिलै सुख नाम हर शोभा। चिंता लाहे हमारी, मिलै सुख नाम हर शोभा। चिंता लाहे हमारी। तेरे कवन कवन गुण कह गावा, तू साहिब गुणी निधाना। तुमरी महिमा बरन न सकूं, तू ठाकुर ऊच भगवाना। तुमरी महिमा बरन न सकूं, तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु साहिब श्री गुरु ग्रंथ साहिब जी महाराज जी की पावन और पवित्र हजूरी विखे संध्या वेले दे सजे हुए दीवाना की हाजरी भर रही गुरु रूप गुरु की साजी निवाजी सन्मान और सत्कार योग साध संगत। गुरु साहिब जी दियां बेअंत रहमतां बख्शिशां होइयां, सानू भुलिया भटकिया होया माया ग्रसे जीवां नू गुरु साहिब जी ने तुर उठ के अपनी पावन गोद पावन हजूरी पावन संगत की दात बख्शी है और गुरु के दरबार का आनंद माणते हुए गुरु घर के कीर्तनियां पासों रोजाना की तरह पावन पवित्र बाणी के शब्द कीर्तन प्यार और सत्कार सहित आप जी ने श्रवण कीते ये घड़ियाँ सफल बनाइया हैं। गुरबाणी कीर्तन तो उपरंत आओ गुरबाणी विचार की लड़ी दे नाल मन बिरतियां नूं सुरत बिरतियां नूं जोड़िए भगत कबीर साहब जी वालों बख्शिश किए हुए पावन सलोक रूप बचना की विचार की सांझ पाईए। सब तो पहला गुरु बख्शी फतेह प्रवान करो। अदब सहित आखो जी वाहिगुरु जी का खालसा वाहिगुरु जी की फतेह।
ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 112 ਸ਼ਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ ਅਗਲੇਰੇ ਬਚਨਾਂ ਦੀ ਵਿਚਾਰ ਮਿੱਥੇ ਹੋਏ ਸਮੇਂ 'ਚ ਆਪਾਂ ਕਰਾਂਗੇ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ, ਭਗਤ ਕਬੀਰ ਸਾਹਿਬ ਕਹਿੰਦੇ ਕੋਈ ਮਨੁੱਖ ਬੜਾ ਧਨੀ ਹੋਏ, ਹਾਥੀ ਘੋੜਿਆਂ ਦੀਆਂ ਉਹਦੀਆਂ ਅਸਵਾਰੀਆਂ ਹੋਣ, ਲੱਖਾਂ ਝੰਡੇ ਉਹਦੇ ਝੁੱਲਦੇ ਹੋਣ, ਜੈ ਜੈਕਾਰ ਬੜੀ ਹੋਏ, ਪਰ ਜੇ ਵਾਹਿਗੁਰੂ ਜੀ ਦੇ ਨਾਮ ਤੋਂ ਬੰਦਗੀ ਤੋਂ ਟੁੱਟਿਆ ਹੈ ਤੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਉਹਦਾ ਇਹ ਬਾਹਰ ਦਾ ਪ੍ਰਤਾਪ ਕਿਸੇ ਲੇਖੇ ਨਹੀਂ ਹੈ। ਇੱਦਾਂ ਦੇ ਬਾਹਰ ਦੇ ਸੁੱਖ ਦੇ ਨਾਲੋਂ ਤੇ ਭਿਖਿਆਈ ਭਲੀ ਹੈ। ਬੰਦਾ ਭੀਖ ਮੰਗ ਕੇ ਭਾਵੇਂ ਗੁਜ਼ਾਰਾ ਕਰਦਾ ਹੋਵੇ, ਰੱਬ ਨੂੰ ਚੇਤੇ ਕਰਦਾ ਹੋਏ। ਇੱਕ ਜਗ੍ਹਾ ਬਾਬਾ ਫਰੀਦ ਸਾਹਿਬ ਕਹਿੰਦੇ ਉਹਨਾਂ ਪੰਛੀਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਦਾਣਾ ਚੁਗਦੇ ਨੇ, ਦਾਤਾਰ ਦਾ ਸ਼ੁਕਰਾਨਾ ਕਰਦੇ ਨੇ, ਦਾਣਾ ਚੁਗਦੇ ਨੇ, ਵਾਹਿਗੁਰੂ ਦਾ ਧੰਨਵਾਦ ਕਰਦੇ ਹਨ। ਪਰ ਦੂਜੇ ਪਾਸੇ ਕਹਿੰਦੇ ਉਹਨਾਂ ਮਨੁੱਖਾਂ ਨੂੰ ਫਿਟਕਾਰ ਜਿਹੜੇ 36 ਪ੍ਰਕਾਰ ਦੇ ਪਦਾਰਥਾਂ ਦਾ ਭੋਗ ਤੇ ਭੋਗ ਰਹੇ ਨੇ, ਪਰ ਮੁੱਖੋਂ ਕਦੇ 4 ਅੱਖਰ ਨਹੀਂ ਨਿਕਲੇ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣ। ਦੇਣਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨ ਸਿਜਈ ਬਿਨ ਨਾਵੈ ਪਤ ਜਾਏ। ਕਹਿਣ ਦਾ ਭਾਵ ਕਿ ਜੇ ਤੇ ਵਾਹਿਗੁਰੂ ਦਾ ਨਾਮ ਜੀਵਨ 'ਚ ਹੈ ਫਿਰ ਅਮੀਰੀ ਭਲੀ ਹੈ, ਤੇ ਜੇ ਮਾਲਕ ਦਾ ਨਾਮ ਜੀਵਨ 'ਚ ਨਹੀਂ ਹੈ ਤੇ ਉੱਦਾਂ ਦੀ ਅਮੀਰੀ ਤੋਂ ਕੀ ਲੈਣਾ ਜਿਹੜੀ ਅਮੀਰੀ ਨੇ ਰੱਬ ਹੀ ਭੁਲਾ ਦਿੱਤਾ ਹੈ, ਵਾਹਿਗੁਰੂ ਹੀ ਭੁਲਾ ਦਿੱਤਾ, ਮਾਲਕ ਦੇਣ ਵਾਲਾ ਦਾਤਾ ਹੀ ਭੁੱਲ ਗਿਆ। ਉਹਦੇ ਨਾਲੋਂ ਤੇ ਗਰੀਬੀ ਬਿਹਤਰ, ਕਿਉਂਕਿ ਅਕਸਰ ਇਹ ਵੀ ਇੱਕ ਮਨੁੱਖੀ ਜੀਵਨ ਦਾ ਸੁਭਾਅ ਹੈ। ਜਿੱਦਾਂ ਦਾ ਮਨੁੱਖ ਗਰੀਬੀ 'ਚ ਹੁੰਦਾ ਹੈ, ਜਿਵੇਂ ਜਿਵੇਂ ਦਿਨ ਬਦਲਦੇ ਜਾਂਦੇ ਨੇ ਤਿਵੇਂ ਤਿਵੇਂ ਇਹਦਾ ਵਿਹਾਰ, ਆਚਾਰ ਅਤੇ ਕਿਰਦਾਰ ਵੀ ਬਦਲਦਾ ਜਾਂਦਾ ਹੈ। ਹਰ ਚੀਜ਼ ਨੂੰ ਫਿਰ ਇੱਕ ਸੌਦੇਬਾਜ਼ੀ ਦੀ ਨਜ਼ਰ ਦੇ ਨਾਲ ਵੇਂਦਾ ਹੈ। ਧਰਮ ਵੀ ਇਹਦੇ ਲਈ ਸੌਦੇਬਾਜ਼ੀ ਹੁੰਦਾ ਹੈ, ਫਿਰ ਭਾਵਨਾ ਪ੍ਰੇਮ ਦੀ ਖੇਡ ਨਹੀਂ ਰਹਿੰਦੀ ਹੈ। ਸੋ ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋ, ਪਰਮਾਤਮਾ ਦੀ ਭਗਤੀ ਦੇ ਨਾਲ ਜੁੜੋ, ਤਾਂ ਕਿ ਬਾਹਰ ਦੇ ਪਦਾਰਥ ਇਹ ਵੀ ਸਫਲ ਅਤੇ ਸਕਾਰਥ ਬਣਨ। ਹੁਣ ਜਦੋਂ ਕਬੀਰ ਸਾਹਿਬ ਇੱਦਾਂ ਦੇ ਵਿਚਾਰ, ਸਿਧਾਂਤ, ਉਪਦੇਸ਼ ਜਗਤ ਦੇ ਜੀਵਾਂ ਨੂੰ ਦਿੰਦੇ ਹਨ ਕਿ ਅਮੀਰੀ ਨਾਲੋਂ ਤੇ ਗਰੀਬੀ ਭਲੀ ਹੈ, ਬੰਦਾ ਰੱਬ ਦੇ ਨਾਮ ਦੇ ਨਾਲ ਜੇ ਜੁੜਿਆ ਹੈ। ਤੇ ਜਿਹੜੇ ਲੋਕ ਪਦਾਰਥਾਂ ਦੇ ਨਾਲ ਗਰਸੇ ਪਏ ਨੇ, ਫਸੇ ਪਏ ਨੇ, ਉਹ ਅੱਗੇ ਫਿਰ ਪਦਾਰਥਾਂ ਦੀਆਂ ਵਡਿਆਈਆਂ ਦੱਸਦੇ ਹਨ, ਮਾਇਆ ਦੀ ਵਡਿਆਈ ਦੱਸਦੇ ਹਨ, ਧਨ ਦੌਲਤ ਦੀ ਵਡਿਆਈ ਦੱਸਦੇ ਹਨ, ਜਾਂ ਉਹ ਹੋਰ ਕਿਸੇ ਮੋਹ ਮਮਤਾ ਦੇ ਬੰਧਨ 'ਚ ਬੱਝੇ ਨੇ, ਉਹ ਉਹਦੀਆਂ ਖੂਬੀਆਂ ਦੱਸਦੇ ਹਨ। ਜੀ ਉਹਦੇ ਤੋਂ ਬਿਨਾਂ ਕਿੱਥੇ ਗੁਜ਼ਾਰਾ ਚੱਲ ਸਕਦਾ, ਉਹਦਾ ਸਾਥ ਬੜਾ ਪੱਕਾ ਮਾਇਆ ਦਾ ਸਾਥ ਹੈ। ਤੇ ਕਬੀਰ ਸਾਹਿਬ ਫਿਰ ਅਗਲੇ ਸਲੋਕ ਰਾਹੀਂ ਸਾਡੇ ਜੀਵਨ ਦਾ ਉਹ ਭਰਮ ਵੀ ਕੱਢ ਰਹੇ ਹਨ ਕਿ ਜਿਨ੍ਹਾਂ ਨੂੰ ਅਸੀਂ ਸਮਝ ਕੇ ਬੈਠੇ ਹਾਂ ਸਾਡੇ ਬੜੇ ਪੱਕੇ ਸਾਥੀ ਨੇ, ਇਹ ਭੁਲੇਖਾ ਹੈ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ। ਕਬੀਰ ਸਾਹਿਬ ਕਹਿੰਦੇ ਸਾਰਾ ਜੱਗ ਅਸੀਂ ਮੋਢੇ 'ਤੇ ਢੋਲ ਪਾ ਕੇ ਫਿਰ ਲਿਆ ਜੇ, ਘੁੰਮ ਲਿਆ ਜੇ, ਭਾਵ ਵਾਜਾ ਵਜਾ ਕੇ, ਢੋਲ ਵਜਾ ਕੇ ਬੜਿਆਂ ਨੂੰ ਅਸੀਂ ਪੁੱਛ ਲਿਆ ਕਿ ਦੱਸੋ ਕਿ ਮਾਇਆ ਦਾ ਸਾਥ ਅਖੀਰ ਤੱਕ ਜੀਵ ਦੇ ਨਾਲ, ਜੀਵਾਤਮਾ ਦੇ ਨਾਲ ਨਿਭਦਾ ਹੈ? ਕਿ ਧਨ ਪਦਾਰਥਾਂ ਦਾ ਸਾਥ ਅਖੀਰ ਤੱਕ ਮਨੁੱਖ ਦੇ ਨਾਲ ਨਿਭਦਾ? ਕਿ ਸਾਕਾ ਸੰਬੰਧੀ ਨਾਲ ਕਿਧਰੇ ਅਖੀਰ ਤੱਕ ਚੱਲ ਸਕਦੇ ਨੇ? ਤੇ ਫਿਰ ਲੋਕ ਇੱਕ ਨਾ ਇੱਕ ਜਗ੍ਹਾ 'ਤੇ ਆ ਕੇ ਕਹਿ ਦਿੰਦੇ ਹਨ ਜੀ ਹਾਂ, ਉੱਥੇ ਜਾ ਕੇ ਨਾ ਧਨ, ਨਾ ਪਦਾਰਥ, ਨਾ ਸਾਕਾ ਸੰਬੰਧੀ ਨਾਲ ਚੱਲਦੇ ਹਨ। ਤੇ ਕਬੀਰ ਸਾਹਿਬ ਕਹਿੰਦੇ ਫਿਰ ਅਸੀਂ ਤੇ ਸਾਰੇ ਪਾਸੇ ਵੇਖ ਲਿਆ ਹੈ ਘੁੰਮ ਕੇ, ਤੇ ਅਖੀਰ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਠੋਕ ਵਜਾ ਕੇ ਕਹਿੰਦੇ ਇਹ ਗੱਲ ਅਸੀਂ ਵੇਖ ਲਈ ਹੈ
कि असल दे विच कोई किसी का साथी नहीं है। सारी ये ठीक है जीवन की एक खेड बनी है। असली साथी इन्हां चों कोई नहीं है, असली मित्र इन्हां चों कोई नहीं है। धन गुरु नानक देव जी महाराज आसादीवार बाणी राही बड़ियां जीवन दीयां सच्चाइयां साड़ियां अखां सामने रखदे। कहंदे कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनहार, कूड़ सोयना, कूड़ रूपा, कूड़ पहननहार, कूड़ मियाँ, कूड़ बीबी, खप होए खार। उत्थे फिर अगे चल के हजूर सच्चे पातशाह कहंदे इस संसार च की वरत रहा है। कूड़ कूड़ै ने लगा विसरिया करतार। कूड़ दी कूड़ दे नाल प्रीत है। हुण कूड़ दी कूड़ दे नाल प्रीत किदां है, वो पहला आपां शब्द नूं समझीए। कहंदे कूड़ मियाँ, कूड़ बीबी, पति भी कूड़ है, पत्नी भी कूड़ है। एक दिन पति ने भी, आदमी ने भी बिनसना, एक दिन औरत ने भी बिनसना है। आपस दे विच प्रीत है। वो प्रीत किहड़ी होई फिर? कूड़ दी कूड़ दे नाल प्रीत। धन भी बिनसनहार है, तो जिहड़ा धन नूं हंडाउंदा वरतदा पिया है वो मनुख भी बिनसनहार है, कूड़ है। ये की है? कूड़ दी कूड़ दे नाल सांझ। राजा भी एक दिन बिनस जांदा, प्रजा भी एक दिन बिनस जांदी है, पर राजे दी प्रजा दे नाल, प्रजा दी राजे दे नाल अटैचमेंट है। वो की है? महाराज कहंदे कूड़ दी कूड़ दे नाल प्रीत। हुण प्रीत ते संसार च आपां रहिंदे हां, भाईचारक सांझ, मिलवर्तन, ये चीज़ तां होनी चाहिदी है और बना के रखण दा गुरु ने उपदेश भी दिता है। पर असी मोह ममता च इन्ने ज़्यादा फस जाते, इन्ने ज़्यादा फस जाते हाँ कि विचों रब भुल जाता है, परमात्मा भुल जाता, गुरु भुल जाता, गुरु का सिद्धांत, गुरु की मर्यादा असी भुल जाते हैं जदों मोह ममता की गल आउंदी है। ते महाराज कहंदे कूड़ कूड़ै ने लगा विसरिया करतार। कूड़ दी कूड़ दे नाल प्रीत है, लगाओ है, और विचों करतार निरंकार भुलिया पिया है। इस नाल कीचै दोस्ती सब जग चलनहार। कहंदे ये सारी संसार की खेड इदां ही चलाएमान खेड है। अपनी अपनी वारी के मुताबक सब तुरते जाते हैं, अपनी अपनी वारी मुताबक सब नूं जाना पैंदा है। कूड़ दी कूड़ दे नाल प्रीत है। इस करके गुरु कहंदे मत तू समझ के ये चीज़ां मेरा हमेशा साथ देण वालियां हन। कोई जानै कवन इहा जग मीत, जिस होए किरपाल सोई बिद बूझै ताकि निर्मल रीत। कौन है असली साडा मित्र? जिहड़ा हमेशा लोक ते परलोक दोवां जगह ते साडा साथ देंदा है। वो केवल एक अकाल पुरख दी बंदगी, गुरु दा शब्द, गुर का बचन बसे जी नाले। धन गुरु अर्जन देव जी का बड़ा प्यारा ये शब्द है। कहंदे सिमरो सिमर सिमर सुख पावो, सास सास संभाले। ये अद्धी पंक्ति सुखमनी साहब दे विच भी दूजे रूप च आउंदी है। सिमरो सिमर सिमर सुख पावो, कल कलेश तन माहे मिटावो। पर दूजी जगह ते ये बचन तनासरी राग अंदर है। सिमरो सिमर सिमर सुख पावो, सास सास संभाले। ये लोक परलोक संग सहाई, जत कत मोहे रखवाले। महाराज कहंदे परमात्मा दे नाम नूं असी सवास सवास सिमरदे हाँ, उहदी याद नूं असी हिरदे च संभालदे हाँ। क्योंकि बाकी चीज़ां भी बंदा बड़ियां संभाल संभाल के रखदा, पर वो चीज़ां इत्थे दियां इत्थे ही रह जांदियां हन। दुनी चंद नूं महाराज ने कहा सी कि जे तू कहंदा है धन पदार्थ मेरे नाल चलण वाले ने, आ सूई रख, जिथे धन लैके जाएगा सूई भी लैके जाई, तेरे कोलों अगली दरगाह चों सूई लै लवांगे। फिर जदों अखां खुल्लियां पता लग्या मैं किहड़े भरम च पिया सां, ना धन नाल जा सकदा ना सूई नाल जा सकदी। इत्थों तक गुरु कहंदे कपड़ रूप सुहावना, छड़ दुनिया अंदर जावना। आ शरीर लैके असी संसार अंदर आउंदे हां। जिदन जन्म हुंदा है शरीर समेत जन्म होया, पर जिदन संसार तो रूह ने आत्मा ने जाना है, उदन फिर शरीर भी इत्थे दा इत्थे रह गया। शरीर भी नाल नहीं खड़ सकते हैं, काया नाल नहीं जा सकती है।
कपड़ रूप सुहावना छड़ दुनिया अंदर जावना। और जे शरीर नाल नहीं जा सकता तो शरीर दे नाल संबंधित पदार्थ भी नाल नहीं जाते हैं। कोई पदार्थ नाल नहीं जाता। ये सच आपां वेंदे हाँ कि हर बंदा अखीर संसार तो खाली हथ जाता है। खाली आउंदा ते खाली जाता है। जे कुछ नाल जाता है वो कमाए हुए कर्म हैं जिन्हां दा प्रभाव इहदे संसार तो जाण तो बाद भी संसार च बनिया रहिंदा है ते वो कर्मां दा लेखा भी इनू अगे जाके देना पैंदा। बाकी गुरु कहंदे पदार्थां चों कुछ नाल निभण वाला नहीं है। सब पदार्थ बिन संहार नाल की निभदा है। ये लोक परलोक संग सहाई जत कत मोहे रखवाले गुर का बचन बसे जी नाले। गुरु का उपदेश शब्द नाम साड़ी जिंद का साथी। जल नहीं डूबै क्योंकि लोग की करते ने, कोई मर गया उन्होंने किसी ने पानी च रोड़ दिता, किसी ने अग च साड़ दिता। शरीर नूं शरीर सड़ सकता है पर कीती हुई बंदगी भगती की कमाई नहीं जे सड़ सकती। शरीर डुब जाएगा पर कीती हुई कमाई कदे डुब नहीं सकती है। महाराज कहते तू बाहरों बड़े पदार्थ इकत्तर करदा है, बाहर दे पदार्थ ते तेरे हो सकता तू धन बड़ी मेहनत दे नाल कमाया होवे ते कोई रातों रात हाथ साफ कर जाए ते तेरे पल्ले कुछ भी ना रवे, जिंदगी भर दी कमाई उड़ जाए। पर जे गुरु शब्द दी कमाई तेरे कोल होएगी ते ये कमाई कोई तेरे कोल खो नहीं सकता है, कोई चोर चुरा नहीं सकता। इथों तक महाराज कहंदे जे तू वंडन भी लग जाए तो ये कमाई ऐसी है, प्यो दादे का खोल डिठा खजाना ता मेरे मन भया निधाना, खावै खर्चा रल मिल भाई तोट ना आवे वध हो जाए। ये नाम दी कमाई वंडिया मुकदी भी नहीं है, खत्म नहीं हुंदी है। गुर का बचन बसे जी नाले जल नहीं डूबै तस्कर नहीं लेवै भाए ना साकै जालै, निर्धन को धन अंदले कोटिक मात दूध जैसे बाले। महाराज कहंदे वाहिगुरु दे नाम ते गुरु दे शब्द दा सहारा साडे लई किदां दा सहारा है, जिवें एक अन्ने नूं डंगोरी दा डंडे दा साथ है। निर्धन नूं धन दा जिवें सहारा है, जिवें एक छोटे जे बच्चे नूं मां दे दुध दा सहारा है, जिहड़ा होर कोई पदार्थ पकवान नहीं खा सकता, मां दा दुध ही उहदा जीवन है। निर्धन को धन अंदले को टिक मात दूध जैसे बाले, सागर में बोहित पायो हर नानक करी किरपा किरपाले। डुब रहे नूं जिवें बेड़े दा सहारा है, इदां ही संसार सागर च डुब रहे साडे जीवां दे लई वाहिगुरू जी दे नाम दा सहारा है, जिहड़ा सहारा लोक दा सहारा भी है, जिहड़ा सहारा परलोक दा सहारा भी है। ते कबीर साहब कहंदे ओ कमाई ते जांदी जे नाल, ओदे तो बिना बाकी जगत में झूठी देखी प्रीत, संसार दी प्रीत झूठी है। पदार्थ कोई नाल नहीं जांदा, वस्तु कोई नाल नहीं जांदी। चलियो जुआरी दोए कर जोर एक जगह ते भाई गुरदास साहब कहंदे ए बंदा पदार्थ इकट्ठे करदा है, कमाई बड़ी पापी करदा है, पर अखीर की हुंदा है खाली हथ संसार तो जाना पैंदा। जैसे मध माखी सींच सींच कै इकत्तर करै हरै मधु आए ताकै मुख छार डार कै। शहद दी मक्खी ने कहंदे बड़ा जतन किया, शहद इकत्तर किया, अखीर की हुंदा है शहद कोई होर लै जांदा, ओदियां अखां च धुआं ही पैंदा, उहनूं कुछ भी नहीं मिलदा है। जैसे बछ हेत गऊ संचित है चीर, ताहे लेत है अहीर दोए बछुरै बिटार कै। गां ने पशु ने अपने अंदर दुध सिंचिया अपने बछड़े दे लई, अपने बच्चे दे लई, ते अखीर की हुंदा है वो बच्चे नूं ते माड़ा जिहा ही दुध पियाया जांदा, उहनूं फिर पिछां करके ते दुध गवाला चो के लै जांदा, उहदे बच्चे दे पल्ले कुछ भी नहीं पैंदा है। जैसे धार खोद खोद कर बिल साजै मूसा पैंसत सरब तह खाए तह मार कै। तीजी उदाहरण भाई गुरदास साहब ने दिती, कहंदे चूहा है अपने रहण दे लई वो बिल खुड तैयार करदा, बड़ी मेहनत करदा, दिन रात एक करके वो खुड तैयार करदा, सप उहनूं वेंदा रहिंदा है, वेंदा रहिंदा है।
ਐਨ ਜਦੋਂ ਉਹਨੇ ਆਪਣਾ ਕੰਮ ਪੂਰਾ ਕੰਪਲੀਟ ਕਰ ਲਿਆ, ਰਹਿਣ ਦੇ ਲਈ ਇੱਕ ਬਿੱਲ, ਇੱਕ ਖੁੱਡ ਤਿਆਰ ਕਰ ਲਈ। ਹੁਣ ਹੇਠਾਂ ਉਹ ਖੁੱਡ 'ਚ ਗਿਆ ਰਹਿਣ ਦੇ ਲਈ, ਉਸੇ ਖੁੱਡ ਦੇ ਵਿੱਚ ਸੱਪ ਚਲਿਆ ਜਾਂਦਾ ਹੈ ਤੇ ਕੀ ਕਰਦਾ ਹੈ, ਚੂਹੇ ਨੂੰ ਮਾਰ ਦਿੰਦਾ, ਖਾ ਲੈਂਦਾ ਹੈ। ਉਹਦੀ ਬਣਾਈ ਹੋਈ ਬਿੱਲ ਤੇ ਖੁੱਡ ਤੇ ਉਹਨੇ ਕਬਜ਼ਾ ਕਰ ਲਿਆ, ਚੂਹੇ ਦੇ ਪੱਲੇ ਕੁਝ ਵੀ ਨਾ ਪਿਆ ਰਹਿ ਗਿਆ, ਉਹ ਮਿੱਟੀ ਖੋਦਦਾ ਹੀ ਅਖੀਰ ਜਾਨ ਵੀ ਗਵਾਉਣੀ ਪਈ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਪੈਸਤ ਸਰਪ ਤਹਿ ਖਾਏ ਤਹਿ ਮਾਰ ਕੇ। ਭਾਈ ਗੁਰਦਾਸ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਅੰਤ ਕਾਲ ਛੱਡ ਚੱਲੇ ਦਊ ਕਰ ਝਾਰ ਕੇ। ਇੱਦਾਂ ਬੜੇ ਪਾਪ ਕਮਾਏ, ਹੇਰਾ ਫੇਰੀਆਂ, ਠੱਗੀਆਂ ਫਰੇਬੀਆਂ ਕੀਤੀਆਂ, ਚੋਖਾ ਧਨ ਇਹਨੇ ਕਮਾਇਆ ਤੇ ਸਾਰੀ ਜ਼ਿੰਦਗੀ ਇਹ ਕਹਿੰਦਾ ਰਿਹਾ ਕਿ ਕੋਈ ਨਾ ਅਜੇ 4 ਦਿਨ ਹੋਰ ਕਮਾ ਲਵਾਂ, ਫਿਰ ਵਿਹਲੇ ਬਹਿ ਕੇ ਆਨੰਦ ਮਾਣਾਂਗੇ, ਸੁੱਖ ਭੋਗਾਂਗੇ। ਇੱਦਾਂ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਲੰਘ ਗਈ, ਸੁੱਖ ਭੋਗਣ ਦਾ ਵਕਤ ਹੀ ਨਹੀਂ ਮਿਲਿਆ ਤੇ ਅਖੀਰ ਫਿਰ ਸੰਸਾਰ ਤੋਂ ਚਲਾ ਗਿਆ, ਖਾਲੀ ਹੱਥ, ਪੱਲੇ ਕੁਝ ਵੀ ਨਾ ਪਿਆ, ਬਸ ਪਾਪ ਹੀ ਕਮਾਉਂਦਾ ਰਹਿ ਗਿਆ ਤੇ ਉਹਨਾਂ ਵੀ ਪਾਪਾਂ ਦਾ ਅੱਗੇ ਜਾ ਕੇ ਲੇਖਾ ਦੇਣਾ ਪਿਆ। ਗੁਰੂ ਨਾਨਕ ਮਹਾਰਾਜ ਨੂੰ ਜਦੋਂ ਬਾਬਰ ਮਿਲਿਆ ਤੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਮੂੰਹ ਤੇ ਕਹਿਣ ਦੀ ਜ਼ੁਰਤ ਰੱਖਣ ਵਾਲੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਬਾਬਰ ਤੂੰ ਵੇਖ, ਅਮੀਰਾਂ ਨੂੰ ਵੀ ਲੁੱਟਿਆ, ਤੂੰ ਗਰੀਬਾਂ ਨੂੰ ਵੀ ਲੁੱਟਿਆ। ਇਹ ਧਨ ਦੇ ਲਾਲਚ ਕਰਕੇ ਤੂੰ ਕਿੰਨੀਆਂ ਖੂਨ ਦੀਆਂ ਨਦੀਆਂ ਵਹਾਈਆਂ ਹਨ, ਕਿੰਨੀਆਂ ਖੂਨ ਦੀਆਂ ਨਦੀਆਂ ਵਹਾਈਆਂ। ਗਰੀਬਾਂ ਬੇਸਹਾਰਾ ਨੂੰ ਕਿੰਨਾ ਤੂੰ ਜ਼ੁਲਮ ਕਰ ਕਰਕੇ ਸਤਾਇਆ ਧਨ ਪਦਾਰਥਾਂ ਦੇ ਲਈ। ਪਰ ਯਾਦ ਰੱਖੀ, ਅਖੀਰ ਇਹਨਾਂ ਪਦਾਰਥਾਂ 'ਚੋਂ ਕੋਈ ਪਦਾਰਥ ਨਾਲ ਨਹੀਂ ਉਹ ਨਿਭਦਾ। ਇਸ ਧਨ ਕਾਰਨ ਘਣੀ ਵਿਗੁਤੀ, ਇਹ ਧਨ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਈ, ਮੋਇਆ ਸਾਥ ਨਾ ਜਾਈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੂਝਾ ਕੋਏ। ਸੋ ਕਬੀਰ ਸਾਹਿਬ ਕਹਿੰਦੇ ਅਸੀਂ ਵੇਖ ਲਿਆ ਸਾਰੇ ਪਾਸੇ ਗਲ 'ਚ ਢੋਲ ਪਾ ਕੇ, ਨਾ ਤੇ ਧਨ ਨਾਲ ਨਿਭਣ ਵਾਲਾ ਜੇ, ਨਾ ਧਨ ਪੱਕਾ ਸਾਥੀ ਹੈ, ਨਾ ਬਾਕੀ ਸੰਬੰਧੀ ਪੱਕੇ ਸਾਥੀ ਹਨ। ਇਹ ਸਭ ਮਨੁੱਖ ਦਾ ਭਰਮ ਹੀ ਹੈ। ਜੇ ਕੁਝ ਸਾਥ ਦੇਣ ਵਾਲਾ ਉਹ ਪਰਮਾਤਮਾ ਦਾ ਨਾਮ ਧਨ ਹੀ ਸਾਥ ਦਿੰਦਾ। ਇਸ ਕਰਕੇ ਕਬੀਰ ਰਾਮ ਨਾ ਛੋਡੀਐ, ਤਨ ਧਨ ਜਾਏ ਤਾਂ ਜਾਏ, ਜੇ ਤਨ ਜਾਂਦਾ ਧਨ ਜਾਂਦਾ, ਕੋਈ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਵਾਹਿਗੁਰੂ ਦਾ ਨਾਮ ਨਹੀਂ ਛੱਡਣਾ, ਮਾਲਕ ਦੀ ਇਬਾਦਤ ਨਹੀਂ ਛੱਡਣੀ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ। ਕਬੀਰ ਸਾਹਿਬ ਕਹਿੰਦੇ ਸੰਸਾਰ ਅੰਦਰ ਕੀ ਹੈ, ਜਗਤ ਜੀਵਨ ਦੇ ਇਸ ਪੈਂਡੇ ਅੰਦਰ ਪਰਮਾਤਮਾ ਦੇ ਗੁਣਾ ਰੂਪੀ, ਨਾਮ ਰੂਪੀ ਬੜੇ ਮੋਤੀ ਇਸ ਜੀਵਨ ਦੇ ਵਿੱਚ ਬਿਖਰੇ ਪਏ ਹਨ, ਜਿਹੜੇ ਰਾਹ ਤੋਂ ਅਸੀਂ ਲੰਘ ਕੇ ਜਾਂਦੇ ਹਾਂ। ਪਰ ਕਹਿੰਦੇ ਹੁਣ ਲੰਘਣ ਵਾਲਾ ਅਗਿਆਨੀ ਹੈ, ਅੰਧਾ ਹੈ। ਤੇ ਹੁਣ ਅੰਨੇ ਮਨੁੱਖ ਦੇ ਸਾਹਮਣੇ ਬੇਸ਼ੱਕ ਜਿੰਨੇ ਮਰਜ਼ੀ ਕੀਮਤੀ ਪਦਾਰਥ ਪਏ ਹੋਣ, ਹੀਰੇ ਮੋਤੀ ਜਵਾਹਰਾਤ ਪਏ ਹੋਣ, ਜਿਹਨੂੰ ਦਿਸਦਾ ਹੀ ਕੁਝ ਨਹੀਂ ਹੈ, ਉਹ ਕੀ ਕਰੇਗਾ। ਸਾਨੂੰ ਅਗਿਆਨਤਾ ਨੇ ਅੰਨਾ ਕੀਤਾ, ਸਾਨੂੰ ਲੋਭ ਲਾਲਚ ਨੇ ਅੰਨਾ ਕੀਤਾ, ਸਾਨੂੰ ਪਾਪਾਂ ਵਿਕਾਰਾਂ ਨੇ ਅੰਨਾ ਕੀਤਾ ਹੈ। ਸਾਨੂੰ ਪਦਾਰਥ ਤਾਂ ਦਿਸਦੇ ਨੇ, ਪਰਮਾਰਥ ਨਹੀਂ ਦਿਸਦਾ, ਅਵਗੁਣ ਦਿਸਦੇ ਹਨ, ਗੁਣ ਨਹੀਂ ਦਿਸਦੇ ਹਨ। ਬਲਕਿ ਮਹਾਰਾਜ ਇੱਥੋਂ ਤੱਕ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਦਾ ਭਾਵ ਕੀ ਹੈ, ਜਿਹਦੇ ਮਨ ਤੇ ਮਾਇਆ ਦਾ ਪ੍ਰਭਾਵ ਹੈ। ਇਹ ਨਹੀਂ ਜਿਹਦੇ ਕੋਲ ਬਹੁਤਾ ਪੈਸਾ ਹੈ। ਮਾਇਆ ਧਾਰੀ ਕੋਈ ਬਹੁਤ ਅਮੀਰ ਤਕੜਾ ਵਿਅਕਤੀ ਵੀ ਮਾਇਆ ਤਿਆਗੀ ਹੋ ਸਕਦਾ, ਕੋਈ ਬਿਲਕੁਲ ਕੰਗਾਲ ਵੀ ਮਾਇਆ ਧਾਰੀ ਹੋ ਸਕਦਾ ਹੈ। ਗੁਰੂ ਸਾਹਿਬ ਦੇ ਸਿੱਖਾਂ ਨੂੰ ਵੇਖੀਏ, ਭਾਈ ਮਨਸੁਖ ਉੱਚ ਕੋਟੀ ਦਾ ਧਨਾੜ ਵਪਾਰੀ, ਜਿਹਦਾ ਵਪਾਰ ਦੇਸਾਂ ਪ੍ਰਦੇਸਾਂ 'ਚ ਚੱਲਦਾ ਸੀ, ਪਰ ਬਿਰਤੀ ਮਾਇਆ ਗ੍ਰਸੀ ਨਹੀਂ ਸੀ। ਗੁਰਮੁਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਭਾਈ ਲੱਖੀ ਸ਼ਾਹ ਵਣਜਾਰਾ ਇੱਕ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦਾ ਹੈ। ਭਾਈ ਗੰਗੂ, ਇਹ ਗੰਗੂ ਕਈ ਇਤਿਹਾਸ ਦੇ ਵਿੱਚ ਨੇ। ਇੱਕ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦਾ ਗੰਗੂ ਸੀ, ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਦਾ ਬਠਿੰਡੇ ਦਾ ਵਪਾਰੀ ਸੀ, ਵਪਾਰੀ ਗੰਗੂ ਸ਼ਾਹ। ਇਹ ਵਪਾਰ ਕਰਦਾ ਸੀ, ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਬਾਜਰਾ ਕਾਫੀ ਇਹਦੇ ਕੋਲ ਇੱਥੇ ਮੰਡੀ 'ਚ ਵੇਚਣ ਦੇ ਲਈ।
ਤੇ ਕੁਦਰਤੀ ਉਹਨੀ ਦੇਣੀ ਗੁਰੂ ਘਰ ਵਿਖੇ ਭੇਟਾਵਾਂ ਵਸਤੂਆਂ ਘੱਟ ਸਨ। ਕੁਝ ਪ੍ਰੀਥੀ ਚੰਦ ਵਰਗੇ ਚਾਲਾਂ ਵੀ ਇੱਦਾਂ ਦੀਆਂ ਚੱਲ ਰਹੇ ਸਨ ਕਿ ਸੰਗਤ ਦੀਆਂ ਸੇਵਾਵਾਂ ਭੇਟਾਵਾਂ ਗੁਰੂ ਕੇ ਲੰਗਰਾਂ ਤੱਕ ਪਹੁੰਚਣ ਨਹੀਂ ਸੀ ਦਿੰਦਾ। ਪ੍ਰੀਥੀ ਚੰਦ ਰਸਤੇ 'ਚੋਂ ਹੀ ਆਪਣੇ ਕਬਜ਼ੇ 'ਚ ਕਰ ਲੈਂਦਾ ਸੀ। ਸੰਗਤ ਦੇ ਜਥੇ ਪਹੁੰਚ ਗਏ, ਭੇਟਾਵਾਂ ਨਾ ਪਹੁੰਚੀਆਂ। ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਲੰਗਰ ਦੇ ਲਈ, ਪ੍ਰਸ਼ਾਦਾ ਪਾਣੀ ਦੇ ਲਈ ਕੋਈ ਪ੍ਰਬੰਧ ਨਹੀਂ ਹੈ। ਤੇ ਇਹ ਕਾਫੀ ਜ਼ਿਆਦਾ ਗੱਡਿਆਂ ਤੇ ਬਾਜਰਾ ਲੱਦ ਕੇ ਅੰਮ੍ਰਿਤਸਰ ਆਇਆ ਸੀ। ਮਹਾਰਾਜ ਨੇ ਇਹਨੂੰ ਸੱਦਿਆ, ਬਚਨ ਕੀਤੇ ਕਿ ਹੁਣ ਸਾਨੂੰ ਬਾਜਰੇ ਦੀ ਜ਼ਰੂਰਤ ਹੈ ਲੰਗਰ ਦੇ ਲਈ, ਪ੍ਰਸ਼ਾਦੇ ਪਾਣੀ ਦੇ ਲਈ, ਸੋ ਤੁਸੀਂ ਬਾਜਰਾ ਸਾਨੂੰ ਦੇ ਦੇਵੋ। ਤੇ ਜਦੋਂ ਵਿਸਾਖੀ ਸਮੇਂ ਸੰਗਤ ਦਾ ਭਾਰੀ ਇਕੱਠ ਹੋਏਗਾ, ਭੇਟਾਵਾਂ ਆਉਣਗੀਆਂ, ਤੁਹਾਨੂੰ ਭੇਟ ਕਰ ਦੇਵਾਂਗੇ। ਇੱਦਾਂ ਫਿਰ ਸਹਿਜੇ ਸਹਿਜੇ ਥੋੜ੍ਹਾ ਥੋੜ੍ਹਾ ਕਰਕੇ ਜੋ ਇਹਦੇ ਕੋਲ ਸੀ ਅਨਾਜ ਆਦਿਕ ਸਾਰਾ ਹੀ ਸਤਿਗੁਰਾਂ ਨੇ ਲੈ ਲਿਆ। ਇਹਨੂੰ ਕਿਹਾ ਗਿਆ ਕਿ ਵਿਸਾਖੀ ਸਮੇਂ ਸੇਵਾ ਭੇਟਾ ਤੇਰੀ ਜਿੰਨੀ ਹੋਏਗੀ ਦੇ ਦੇਵਾਂਗੇ। ਇਹਨੇ ਸੋਚਿਆ ਕਿ ਹੁਣ ਵਿਸਾਖੀ ਵੀ ਤੇ ਆਉਣ ਹੀ ਵਾਲੀ ਹੈ, ਉਦੋਂ ਬਾਅਦ ਹੀ ਫਿਰ ਇੱਕ ਵਾਰ ਮਾਇਆ ਲੈ ਕੇ ਹੀ ਪਿੰਡ ਜਾਵਾਂਗਾ, ਬਠਿੰਡੇ ਵਾਪਸ। ਰੋਜ਼ ਗੁਰੂ ਕੀ ਸੰਗਤ 'ਚ ਆਉਣਾ, ਬਾਣੀ ਸੁਣਨੀ, ਸੇਵਾ ਕਰਨੀ। ਸਹਿਜੇ ਸਹਿਜੇ ਗੁਰੂ ਸੰਗਤ ਦੀ ਰੰਗਤ ਐਸੀ ਇਹਦੇ ਮਨ 'ਤੇ ਚੜ੍ਹੀ, ਇਹ ਮਨ ਕਰਕੇ ਬਚਨਾਂ ਤੇ ਕਰਮਾਂ ਕਰਕੇ ਗੁਰੂ ਕਾ ਬਣ ਗਿਆ। ਇਹਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਪਾਈਏ ਦੇ ਬਚਨਾਂ ਨੂੰ ਮੰਨ ਲਿਆ। ਸੇਵਾ 'ਚ ਲੱਗਿਆ ਰਿਹਾ। ਵਿਸਾਖੀ ਦਾ ਸਮਾਂ ਆਇਆ, ਸੰਗਤ ਆਈ, ਸੇਵਾਵਾਂ ਭੇਟਾਵਾਂ ਆਈਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਪਹਿਲਾਂ ਗੰਗੂ ਸ਼ਾਹ ਵਪਾਰੀ ਨੂੰ ਸੱਦੋ ਤਾਂ ਕਿ ਉਹਦਾ ਜਿੰਨਾ ਹਿਸਾਬ ਕਿਤਾਬ ਹੈ ਉਹਨੂੰ ਦਈਏ, ਜਿਹਨੇ ਲੋੜ ਵਕਤ ਸਾਡਾ ਸਾਰਿਆ। ਹੁਣ ਸਾਡਾ ਫਰਜ਼ ਬਣਦਾ ਹੈ ਉਹਨੂੰ ਵਕਤ ਸਿਰ ਕੀਤੀ ਹੋਈ ਜ਼ਬਾਨ ਮੁਤਾਬਕ ਪੈਸੇ ਦਿੱਤੇ ਜਾਣ ਤਾਂ ਕਿ ਉਹ ਵੀ ਆਪਣੇ ਘਰ ਪਰਿਵਾਰ 'ਚ ਵਾਪਸ ਆਏ। ਗੁਰੂ ਮਹਾਰਾਜ ਦੇ ਹੁਕਮ 'ਤੇ ਇਹਨੂੰ ਸੱਦ ਲਿਆ ਗਿਆ ਗੁਰੂ ਕੇ ਦਰਬਾਰ 'ਚ। ਹੁਣ ਮਹਾਰਾਜ ਕਹਿਣ ਲੱਗੇ, ਦੱਸ ਭਾਈ ਪੁਰਖਾ ਤੇਰੀ ਕਿੰਨੀ ਮਾਇਆ ਬਣੀ ਹੈ, ਜਿੰਨੇ ਤੇਰੇ ਪੈਸੇ ਬਣੇ ਨੇ ਦਈਏ। ਕਹਿਣ ਲੱਗਾ, ਮਹਾਰਾਜ ਹੁਣ ਮਾਇਆ ਕਾਹਦੀ ਹੈ? ਜਦੋਂ ਆਇਆ ਸੀ ਉਦੋਂ ਤਾਂ ਵਪਾਰੀ ਬਣ ਕੇ ਆਇਆ ਸੀ ਕੁਝ ਕਮਾਉਣ ਦੇ ਲਈ, ਪਰ ਹੁਣ ਮੈਂ ਸਾਰਾ ਕੁਝ ਕੁਰਬਾਨ ਕਰਨ ਦੇ ਲਈ ਤੁਹਾਡਾ ਸੇਵਕ ਬਣ ਗਿਆ। ਹੁਣ ਕੋਈ ਮਾਇਆ ਦੀ, ਕੋਈ ਧਨ ਦੀ ਜ਼ਰੂਰਤ ਨਹੀਂ ਹੈ। ਤੁਹਾਡੀ ਕਿਰਪਾ ਸਦਕਾ ਬੜੇ ਭੰਡਾਰ ਚੱਲ ਰਹੇ ਨੇ। ਹੁਣ ਇਹਦਾ ਵਪਾਰ ਵੀ ਬੜਾ ਚੱਲਦਾ ਸੀ, ਪਰ ਬਿਰਤੀ ਮਾਇਆ ਗ੍ਰਸੀ ਨਹੀਂ ਹੈ, ਮਾਇਆ ਤੋਂ ਰਹਿਤ ਬਿਰਤੀ ਹੈ। ਭਾਈ ਮੱਖਣ ਸ਼ਾਹ ਲੁਬਾਣਾ ਦੇਸਾਂ ਪਰਦੇਸਾਂ 'ਚ ਵਪਾਰ ਕਰਦੇ ਨੇ, ਆਪਣੇ ਸਮੁੰਦਰੀ ਜਹਾਜ਼ ਹਨ ਇਹਨਾਂ ਦੇ ਕੋਲ, ਪਰ ਗੁਰੂ ਦੇ ਸੱਚੇ ਸੁੱਚੇ ਸਿੱਖ ਹਨ। ਭਾਈ ਲੱਖੀ ਸ਼ਾਹ ਵਣਜਾਰਾ ਵੇਖੋ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਤੇ ਆਨੰਦਪੁਰ ਲਿਆਉਣ ਦੀ ਸੇਵਾ ਨਿਭਾ ਦਿੱਤੀ ਭਾਈ ਜੈਤੇ ਨੇ, ਪਰ ਗੁਰੂ ਕੇ ਧੜ ਦਾ ਸੰਸਕਾਰ ਕੀਤਾ ਹੈ ਭਾਈ ਲੱਖੀ ਸ਼ਾਹ ਵਣਜਾਰੇ ਨੇ। ਬੜਾ ਉੱਚਾ ਮਹਿਲ ਸੀ ਭਾਈ ਲੱਖੀ ਸ਼ਾਹ ਵਣਜਾਰੇ ਦਾ। ਗੁਰੂ ਮਹਾਰਾਜ ਜੀ ਦਾ ਸਰੀਰ ਉਹਨੇ ਜਿਵੇਂ ਕਿਵੇਂ ਵੀ ਹੋਇਆ ਵਿਉਂਤਬੰਦੀ ਕਰਕੇ ਆਪਣੇ ਘਰ ਤੱਕ ਲਿਆਂਦਾ। ਉਦੋਂ ਬਾਅਦ ਗੁਰੂ ਕੇ ਸੰਸਕਾਰ ਦੇ ਲਈ ਆਪਣੇ ਪੂਰੇ ਦੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ। ਕਹਿਣਾ ਬੜਾ ਸੌਖਾ, ਪਰ ਆਪਣੇ ਘਰ ਨੂੰ ਬੰਦਾ ਕੌਣ ਅੱਗ ਲਾਉਂਦਾ ਹੈ? ਇੱਦਾਂ ਗੁਰੂ ਕੀ ਸੇਵਾ ਦੀ ਖਾਤਰ ਆਪਣਾ ਘਰ ਤੱਕ ਨਿਸ਼ਾਵਰ ਕਰ ਦੇਣਾ, ਇਹ ਹੈ ਗੁਰੂ ਦੇ ਪ੍ਰੇਮ ਦੀ ਇੰਤਹਾ ਜਿਹੜੀ ਭਾਈ ਲੱਖੀ ਸ਼ਾਹ ਵਣਜਾਰੇ ਨੇ ਕੀਤੀ। ਹੁਣ ਧਨ ਬੜਾ ਸੀ ਉਹਨਾਂ ਦੇ ਕੋਲ, ਪਰ ਇਹ ਬਿਰਤੀ ਮਾਇਆ ਗ੍ਰਸੀ ਬਿਰਤੀ ਨਹੀਂ ਹੈ। ਜੇ ਮਾਇਆ ਧਾਰੀ ਬਿਰਤੀ ਹੋਵੇ ਫਿਰ ਤੇ ਬੰਦਾ ਗੁਰੂ 'ਚੋਂ ਵੀ ਆਪਣਾ ਪ੍ਰੋਫਿਟ ਵਿੰਦਾ ਹੈ, ਲਾਭ ਕਿੱਥੋਂ ਹੋਣਾ ਹੈ? ਪਰ ਉਹ ਬਿਰਤੀ ਤਿਆਗੀ ਬਿਰਤੀ। ਇਹਨੂੰ ਹਜੂਰ ਬਾਣੀ 'ਚ ਕਹਿੰਦੇ, ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਤੇ ਦੂਜੇ ਪਾਸੇ ਜਿਹਦੀ ਬਿਰਤੀ ਮਾਇਆ ਧਾਰੀ ਬਿਰਤੀ ਹੋਵੇ ਨਾ, ਉਹ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਵੀ ਗੁਰੂ ਕਾ ਸ਼ਬਦ ਪੜ੍ਹਦਾ ਸੁਣਦਾ ਨਹੀਂ, ਜੀ ਉਹਦੀ ਬਿਰਤੀ ਮਾਇਆ ਵਾਲੇ ਪਾਸੇ ਹੀ ਅਟਕੀ ਰਹਿੰਦੀ ਹੈ। ਇਹਨੂੰ ਹਜੂਰ ਬਾਣੀ 'ਚ ਕਹਿੰਦੇ, ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣਈ ਬਹੁ ਰੋੜ ਕਚੋੜਾ। ਬਿਰਤੀ ਮਾਇਆ ਧਾਰੀ ਬਿਰਤੀ ਹੈ। ਬੜੇ ਐਸੇ ਵੀ ਗੁਰੂ ਕੇ ਦਰਬਾਰ 'ਚ ਆਉਂਦੇ ਰਹੇ ਜਿਨ੍ਹਾਂ ਦੀ ਬਿਰਤੀ ਅਤਿਅੰਤ ਮਾਇਆ ਗ੍ਰਸੀ ਬਿਰਤੀ ਸੀ। ਕਬੀਰ ਸਾਹਿਬ ਕਹਿੰਦੇ, ਹੁਣ ਜੀਵ ਮਾਇਆ ਨੇ ਅੰਨਾ ਕੀਤਾ ਹੋਇਆ ਹੈ। ਮਾਲਕ ਦੇ ਗੁਣ ਰੂਪੀ ਨਾਮ ਰੂਪੀ ਮੋਤੀ ਤੇ ਇਨਸਾਨੀ ਜ਼ਿੰਦਗੀ ਦੇ ਵਿੱਚ ਬੜੇ ਖਿਲਰੇ ਭਾਵ ਇਸ ਜ਼ਿੰਦਗੀ ਦੇ ਪੈਂਡੇ ਅੰਦਰ
ਧਰਮ ਦੇ ਨਾਲ ਜੁੜਨ, ਗੁਰੂ ਦੇ ਨਾਲ ਜੁੜਨ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨ, ਚੰਗੇ ਗੁਣਾਂ ਦੇ ਨਾਲ ਜੁੜਨ ਦੇ ਮੌਕੇ ਤੇ ਬੜੇ ਜ਼ਿੰਦਗੀ ਅੰਦਰ ਬਣਦੇ ਹਨ, ਪਰ ਬੰਦਾ ਨਹੀਂ ਜੁੜਦਾ ਹੈ। ਨਹੀਂ ਜੁੜਦਾ ਕਾਰਨ ਕੀ ਹੈ? ਅਗਿਆਨਤਾ, ਮਾਇਆਧਾਰੀ ਬਿਰਤੀ, ਅੰਨਾ ਬੋਲਾ ਵਾਲੀ ਬਿਰਤੀ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੈ ਜਾਏ। ਕਹਿੰਦੇ ਰੱਬੀ ਜੋਤ, ਰੱਬੀ ਗਿਆਨ ਤੋਂ ਬਿਨਾ ਇਹ ਜੀਵ ਸਾਰੇ ਦਾ ਸਾਰਾ ਜਗਤ ਸੰਸਾਰ ਦਾ ਜੀਵਨ ਰੂਪੀ ਪੈਂਡਾ ਤੇ ਲੰਘ ਜਾਂਦਾ ਹੈ, ਪਰ ਜਿਹੜੀ ਕਮਾਈ ਇਹਨੇ ਆਪਣੀ ਝੋਲੀ 'ਚ ਪਾਉਣੀ ਸੀ ਉਹ ਕਮਾਈ ਇਹਨੇ ਕੀਤੀ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਹਰਨਾਖੀਏ ਸ਼ਬਦ ਦਾ ਮਤਲਬ ਹੈ ਹਿਰਨ ਦੀਆਂ ਅੱਖਾਂ ਵਾਲੀ ਜੀਵ, ਇਸਤਰੀ ਜੀਵ, ਆਤਮਾ, ਪ੍ਰਾਣੀ। ਧਿਆਨ ਨਾਲ ਵੇਖ ਕੇ ਵਪਾਰ ਕਰ, ਤੇਰੀਆਂ ਅੱਖਾਂ ਹਿਰਨ ਵਾਲੀਆਂ ਅੱਖਾਂ ਹਨ। ਤੇ ਹਿਰਨ ਦੀਆਂ ਅੱਖਾਂ ਸੋਹਣੀਆਂ ਤੇ ਬੜੀਆਂ ਹੁੰਦੀਆਂ ਨੇ, ਪਰ ਉਹ ਹਿਰਨ ਦੀਆਂ ਅੱਖਾਂ ਭੁਲੇਖਾ ਵੀ ਖਾਂਦੀਆਂ ਨੇ, ਜਿਸ ਕਰਕੇ ਹਿਰਨ ਦਾ ਅੰਤ ਵੀ ਹੋ ਜਾਂਦਾ ਹੈ। ਉਹ ਰੇਤ ਤੇ ਪੈਂਦੀ ਧੁੱਪ ਦੀ ਕਿਰਨ ਨੂੰ ਪਾਣੀ ਸਮਝ ਕੇ ਹਿਰਨ ਉਸ ਪਾਸੇ ਨੂੰ ਦੌੜਦਾ ਹੈ ਤੇ ਦੌੜਦਿਆਂ ਦੌੜਦਿਆਂ ਮੁੱਕ ਜਾਂਦਾ। ਉਹ ਪਾਣੀ ਹੁੰਦਾ ਨਹੀਂ ਹੈ, ਹੁੰਦਾ ਪਰਛਾਵਾਂ ਹੀ ਹੈ, ਪਰ ਹਿਰਨ ਪਛਾਣ ਨਾ ਸਕਿਆ ਤੇ ਦੌੜਦਿਆਂ ਦੌੜਦਿਆਂ ਮੁੱਕ ਗਿਆ। ਅੱਖਾਂ ਬੜੀਆਂ ਸੋਹਣੀਆਂ ਪਰ ਪਰਛਾਵੇਂ ਨੂੰ ਪਛਾਣ ਨਾ ਸਕੀ ਤੇ ਮੌਤ ਦਾ ਕਾਰਨ ਬਣ ਗਿਆ। ਮਹਾਰਾਜ ਕਹਿੰਦੇ ਤੇਰੀਆਂ ਵੀ ਇਹ ਭਾਈ ਅੱਖਾਂ ਤੇ ਠੀਕ ਹੈ, ਬੜੀਆਂ ਸੋਹਣੀਆਂ, ਵਾਹਿਗੁਰੂ ਨੇ ਬੜੇ ਸੋਹਣੇ ਨੇਤਰ ਦਿੱਤੇ ਨੇ, ਪਰ ਅੱਖਾਂ ਖੋਲ੍ਹ ਕੇ ਜਿਉਣਾ ਪਵੇਗਾ ਜੇ ਝੋਲੀ 'ਚ ਕੁਝ ਪਵਾਉਣਾ ਹੈ। ਅੱਖਾਂ ਖੋਲ੍ਹ ਕੇ ਵਪਾਰ ਕਰ, ਕਿਉਂਕਿ ਦੋ ਤਰ੍ਹਾਂ ਦੇ ਵਪਾਰੀ ਨੇ ਜਗਤ ਅੰਦਰ, ਇੱਕ ਧਰਮ ਨਾਮ ਸੱਚ ਨਾਮ ਦੇ ਵਪਾਰੀ, ਇੱਕ ਪਦਾਰਥ ਦੇ ਵਪਾਰੀ। ਕਿਨਹੀ ਬਣਜਿਆ ਕਾਂਚੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਾਂ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਮਹਾਰਾਜ ਕਹਿੰਦੇ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਆ ਸੂਟ ਖਰੀਦਣਾ ਹੋਵੇ ਇੱਕ ਤੇ 15 ਸੂਟ 20 ਸੂਟ ਅੱਧੀ ਦੁਕਾਨ ਫੁੱਲ ਦਿੰਦੇ ਆ, ਇਹ ਵੀ ਪਸੰਦ ਨਹੀਂ ਹੈ, ਅੱਧੀ ਮਾਰਕੀਟ ਘੁੰਮ ਲੈਂਦੇ ਉਹ ਵੀ ਪਸੰਦ ਨਹੀਂ ਹੈ। ਜੁੱਤੀ ਖਰੀਦਣੀ ਹੋਵੇ ਪਤਾ ਨਹੀਂ ਬੰਦਾ ਕਿੰਨੀਆਂ ਦੁਕਾਨਾਂ ਬਦਲਦਾ ਹੈ। ਮਹਾਰਾਜ ਕਹਿੰਦੇ ਤੂੰ ਦੁਨਿਆਵੀ ਚੀਜ਼ਾਂ ਖਰੀਦਦਿਆਂ ਤੇ ਬੜਾ ਪਰਖਦਾ ਹੈ ਕਿ ਧੋਖਾ ਨਾ ਹੋ ਜਾਵੇ, ਮਾੜੀ ਚੀਜ਼ ਨਾ ਮਿਲੇ, ਚੰਗੀ ਤੋਂ ਚੰਗੀ ਚੀਜ਼ ਲਵਾਂ। ਪਰ ਜਦੋਂ ਆਤਮਿਕ ਜੀਵਨ ਦੀ ਗੱਲ ਹੁੰਦੀ ਆ ਉਦੋਂ ਕਿੱਥੇ ਜਾਂਦੀ ਹੈ ਤੇਰੀ ਸੁਚੇਤਤਾ, ਉਦੋਂ ਕਿੱਥੇ ਜਾਂਦਾ ਹੈ ਤੇਰਾ ਗਿਆਨ, ਉਦੋਂ ਕਿੱਥੇ ਜਾਂਦਾ ਤੇਰਾ ਨੇਤਰ ਪ੍ਰਗਾਸ। ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਦੁਨਿਆਵੀ ਜੀਵਨ ਪ੍ਰਤੀ ਆਪਾਂ ਬੜੇ ਸੁਚੇਤ ਹਾਂ, ਧਰਮ ਪ੍ਰਤੀ ਇੰਨਾ ਆਲਸ ਹੁੰਦਾ ਹੈ ਕਿ ਗੁਰੂ ਸਾਹਿਬ ਬਾਬਾ ਜੀ ਦਾ ਰੁਮਾਲਾ ਲਿਆਉਣਾ ਹੋਵੇ ਤੇ ਕਦੇ ਖੋਲ੍ਹ ਕੇ ਵੀ ਨਹੀਂ ਵਹਿੰਦੇ, ਜਿੱਦਾਂ ਦੁਕਾਨਦਾਰ ਨੇ ਲਿਫਾਫੇ 'ਚ ਬੰਦ ਦਿੱਤਾ ਉੱਦਾਂ ਹੀ ਲੈ ਆਏ। ਆਪਣੇ ਸੂਟ ਕਹਿੰਦੇ ਆ ਕਿ ਖੋਲੀ ਜਾਵੋ ਖੋਲੀ ਜਾਵੋ। ਗੁਰੂ ਸਾਹਿਬ ਦੀ ਕੋਈ ਵਸਤੂ ਲਿਆਉਣੀ ਹੈ ਤੇ ਚੰਗੀ ਤਰ੍ਹਾਂ ਦੇਖਣ ਦੀ ਵੀ ਹਿੰਮਤ ਨਹੀਂ ਪੈਂਦੀ। ਕਬੀਰ ਸਾਹਿਬ ਕਹਿੰਦੇ ਅਗਿਆਨਤਾ ਕਰਕੇ ਜੀਵ ਜੀਵਨ ਲੰਘ ਜਾਂਦਾ ਹੈ ਸਾਰਾ ਜਗਤ ਸਾਗਰ ਤੋਂ, ਪਰ ਪੱਲੇ ਕੁਝ ਨਹੀਂ ਪੈਂਦਾ, ਖਾਲੀ ਆਉਂਦਾ ਜੇ ਖਾਲੀ ਚਲਾ ਜਾਂਦਾ ਹੈ। ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ। ਕਬੀਰ ਸਾਹਿਬ ਕਹਿੰਦੇ ਸਮਝੋ ਸਾਡਾ ਤੇ ਵੰਸ਼ ਡੁੱਬ ਗਿਆ, ਕਮਾਲ ਪੁੱਤ ਐਸਾ ਉਪਜਿਆ ਜਿਹਨੇ ਸਾਰੇ ਦਾ ਸਾਰਾ ਪਰਿਵਾਰ ਕੁੱਲ ਨੂੰ ਹੀ ਡੁਬਾ ਦਿੱਤਾ। ਇੱਥੇ ਇਹ ਸ਼ਬਦ ਦੇ ਅੰਤਰੀਵ ਅਰਥ ਹਨ। ਬਹੁਤ ਸਾਰੇ ਬਾਣੀ ਦੇ ਐਸੇ ਸ਼ਬਦ ਨੇ ਜਿਨ੍ਹਾਂ ਦੇ ਬਾਹਰੀ ਅਰਥ ਪੜ੍ਹਨ ਨੂੰ ਕੁਝ ਹੋਰ ਹਨ, ਪਰ ਅੰਦਰ ਦੇ ਭਾਵ ਅਰਥ ਪੜ੍ਹਿਆਂ ਸਮਝਿਆਂ ਫਿਰ ਪਤਾ ਲੱਗਦਾ ਗੱਲ ਕੀ ਹੈ। ਤੇ ਨਾ ਸਮਝੀ ਕਰਕੇ ਬਹੁਤ ਸਾਰੀਆਂ ਕਹਾਣੀਆਂ ਵੀ ਸ਼ਬਦਾਂ ਦੇ ਨਾਲ ਜੋੜ ਦਿੱਤੀਆਂ ਗਈਆਂ ਜਿਨ੍ਹਾਂ ਦਾ ਅਸਲ ਦੇ ਵਿੱਚ ਸ਼ਬਦ ਦੇ ਨਾਲ ਕੋਈ ਭਾਵ ਨਹੀਂ ਸੀ। ਜਿਵੇਂ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਕਬੀਰ ਸਾਹਿਬ ਕਹਿੰਦੇ ਹਨ ਕਹੋ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ। ਕਹਾਣੀ ਘੜਨ ਵਾਲਿਆਂ ਨੇ ਇਹਦੇ ਨਾਲ ਇੱਕ ਕਹਾਣੀ ਇੱਦਾਂ ਦੀ ਘੜੀ ਕਿ ਇੱਕ ਦਿਨ ਕਬੀਰ ਸਾਹਿਬ ਦੇ ਘਰ ਕੋਈ ਆਇਆ ਕਬੀਰ ਜੀ ਨੂੰ ਮਿਲਣ ਦੇ ਲਈ, ਤੇ ਰੋਜ਼ ਅਕਸਰ ਆਉਂਦੇ ਸਨ। ਉੱਤੇ ਉਹ ਕਹਿੰਦੇ ਕਬੀਰ ਜੀ ਦੀ ਜਿਹੜੀ ਪਤਨੀ ਲੋਈ ਆ ਉਹ ਬੜੀ ਪਰੇਸ਼ਾਨ ਰਹਿੰਦੀ ਸੀ ਕਿ ਇੱਥੇ ਤੇ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਕਬੀਰ ਨੂੰ ਮਿਲਣ ਦੇ ਲਈ। ਤੇ ਕਬੀਰ ਜੀ ਨੂੰ ਮਿਲਣ ਦੇ ਲਈ ਕੋਈ ਗੁਰਮੁਖ ਆਇਆ, ਕਬੀਰ ਘਰ ਨਹੀਂ ਸਨ। ਉਹ ਖਿਜੀ ਹੋਈ ਕਹਿਣ ਲੱਗੀ ਕਿ ਤੂੰ ਕਿੱਧਰ ਕਬੀਰ ਨੂੰ ਮਿਲਣ ਆ ਗਿਆ? ਅੱਜ ਕੱਲ੍ਹ ਤੇ ਕਬੀਰ ਨੂੰ ਪਤਾ ਨਹੀਂ ਕੀ ਹੋਇਆ, ਜਿਹੜਾ ਕੋਈ ਆਉਂਦਾ ਉਹਨੂੰ ਰੱਸੇ ਦੇ ਨਾਲ ਬੰਨ੍ਹ ਕੇ ਤੇ ਡੰਡੇ ਦੇ ਨਾਲ ਕੁੱਟਣ ਲੱਗ ਜਾਂਦੇ ਨੇ।
चलिया जा, नहीं तो तेरे नाल भी इसे तरह होएगा। वो बेचारा डरद्या तुर पिया कि किधरे सच्चा ही ना हो जाए। वो जे बाहर नूं निकलिया ही इन्नी देर नूं कबीर पहुँच गए। उत्थे पुछया कौन सी आया, क्यों चला गया है। तो वो कहानी घड़न वाले ने लिख दिता जी, कबीर जी की घर वाली कहन लगी वो डंडा तो रस्सा लैण दे लई आए सी, मैं इनकार कर दिता। तो कबीर कहन लगे जे डंडा रस्सा ही लैण दे लई आए, इनकार करन दी की लोड़ सी, दे देंदी, मैं दे आउना हाँ। हुण कबीर साहब रस्सा ते डंडा लैके उहदे पिछे जांदे ने, भाई डंडा रस्सा लैण आया लै जा। वो अगला समझी जाता पता नहीं कबीर रस्सा लैके मैनूं बन के डंडे दे नाल कुट्टे ही ना, वो अगों बेचारा डरदा भज्जी जाता है। तो जदों कबीर साहब नूं इस गल का पता लग्या कि जे रस्सी लैण दे लई डंडा लैण दे लैके क्यों नहीं जाता पिया, भज क्यों, डर क्यों रहा है। फिर जदों पता लग्या कि यह तो लोई ने उलझाया पिया है, तो कहानी वाले ने लिख दिता जी, फिर कबीर साहब ने उच्चारण किया सी, कहो कबीर सुनो रे लोई, अब तुमरी प्रतीत ना हुई। सो इदां दियां कहानियां, जिवें भगत रविदास साहब जी का एक बचन है, हम सर दीन दयाल न तुम सर अब पत्यार क्या कीजै, बचनी तोर मोर मन मानै जन को पूर्ण दीजै। हुण इहदे नाल भी कहानी बनाउण वाले ने कह दिता जी, बचनी सी कोई इस्त्री ते ओहदा पूर्ण नां दे व्यक्ति दे नाल रिश्ता हुंदा सी, ते उत्थे फिर वो कहन लगे जी तुसी साडी बचनी रख लवो, असीं तुहाडा पूर्ण रख लैने। ते उत्थे भगत जी ने बचन पढ़िया सी जी, बचनी नूं नाल तोर दे, बचनी तोर मोर। सो कहण दा भाव कि बिना मतलब दियां बड़ियां साखियां इदां दियां शब्दां दे नाल गंढ दित्तियां गईयां, जिन्हां दा शब्द दे मूल भाव दे नाल कोई संबंध नहीं। कबीर साहब दे इस सलोक दे नाल भी कई कहानियां घड़ियां गईयां जी। कबीर साहब दा पुੱਤ सी कमाल ते कमला सी, उहनूं कबीर साहब ने उलामा देंदियां इह सलोक उच्चारण किया, पर असल दे विच इहदा भाव है कबीर साहब इत्थे मन की गल कर रहे हैं कि मन कमले ने मोह ममता नूं अपने च धारण कर लिया है, इस मूर्ख मन ने। तो ये मूर्ख मन इन्नी निवाणता च अपड़ गया है, परमात्मा का नाम छड्ड के माया का मोह ते होर विकार इहदे अंदर हावी हो चुके हैं, जिस करके हर का सिमरन छड्ड के घर लै आया माल, परमात्मा का सिमरन नाम छड्ड के ते ये मन होर तरह तरह के पदार्थां नूं अंदर वाड़ के बह गया है। इत्थे कबीर साहब प्रोफैसर साहब सिंह के मुताबिक कमाल गल जिहड़ी कह रहे हैं वो मन बारे कह रहे हैं कि इस मन ने तो सारे दे सारे तन की इंद्रियां की खेड ही विगाड़ दी है। उत्थे कुल का भाव है ये इंद्रियां, मन पुत मन नूं कहा गया है कि मन अंदर बुरियाई आई, मूर्खता आई, उहदे नाल सारियां दियां सारियां इंद्रियां ही विगड़ गईयां ते सारी दी सारी जीवन की खेड ही विगड़ गई। अगे कबीर साहब फरमान करदे, कबीर साधु को मिलने जाइए साथ ना लीजै कोई। कहंदे किसी गुरमुख नूं मिलन दे लई जाना ते किसी नूं नाल नहीं लैके जाना चाहिए। इहदे भी दो वक्रे वक्रे भाव, एक ते इह है कि काम क्रोध लोभ मोह हंकार ये बुराइयां नूं नाल लैके नहीं जाना। जदों आपां गुरु की संगत चाहुंदे हाँ, किसी भले पुरख नूं मिलन जांदे हाँ, ये मन दीयां विकार वासनावां नूं छड्ड के जाना चाहिए है। तो दूजे नंबर ते कबीर साहब कहते ऐसा ना होवे तू बाहर किसी नूं उड़ीकदा रह जावे, ना वो चले तो ना तू चल सके। कई बार इदा हुंदा आपां कहंदे चलो गुरु घर चलदे, आंडण गवांढण किसी नूं कहंदे चल, वो जिन्नी देर नूं हाँ चलदे करदियां कह दिंदी नहीं हुण मैं जा नहीं सकती, कोई आ गया कोई इदां काम पै गया, तो दूजा भी कहंदा हुण ते समा बड़ा हो गया मैं भी की जाना है। सो दूजे करके असी भी अटक गए, जे ना उड़ीकदे ते पहुँच जाते तो लाहा खट लेंदे। सो कबीर साहब कहते एवें इधर उधर किसी नूं उड़ीकण की लोड़ नहीं है, हिम्मत मारो तो पहुँच जाओ बस भले पुरखां की संगत दे विच। ते जदों चल पे तो कदम पिछां करन की लोड़ नहीं है। कबीर साधु को मिलने जाइए साथ ना लीजै कोई, पाछे पाओ ना दीजिए आगे होए सो होए। कहते पिछां फिर कदम करन की लोड़ नहीं है, चल पवो। वैसे भी गुरु बाणी च कहते अगां कू तरांग पिछां फेरना मोहडड़ा, नानक सिंज अवेहा वार बोर ना भी जन्म। अगे वध पिछां नूं मूँह करन दी लोड़ नहीं है। इदां दी जीवन दी खेड खेड के बोर ना होवी जन्मड़ा, वार वार जम्मण मरण दे गेड़ च ना पैना पवे।
कबीर जग बांध्यो जे जेवरी ते मत बंधो कबीर। कबीर साहब कहते हे कबीर, संसार दे लोग जिस माया मोह की रस्सी दे विच बज्झे पए ने, तू उस माया मोह की रस्सी च ना अपने आप नूं बन लवी। जह आटा लोन ज्यों सोन समान शरीर। जे कहते तू अपने आप नूं दूजियां दी तरह माया मोह की रस्सी दे विच जाल जंजाल दे विच बन लिया ते तेरा जीवन भी इदां चलिया जाएगा जिवें आटे दे विच लूण पाया, पता ही कुछ नहीं लगता। कहते शरीर ते है सोन समान शरीर, जीवन बड़ा कीमती है। इस जीवन नूं परमात्मा दा नाम जप के अकाल पुरख नूं ध्या के सिमरन करके सफल बनाउणा, माया मोह दी दलदल दे विच अटक के जीवन नूं बर्बाद नहीं करना है, बर्बाद नहीं करना है। मन एक न चेत समूढ़ मना, हर बिसरत तेरे गुण गलिया। जेड़े एक नूं चेते नहीं करते, जिन्हां एक अकाल पुरख नूं भुलाया है, वो फिर अपना जीवन बर्बाद कर बहिंदे। इसे करके तो आप रोज़ अरदास गुरु चरनां च करते हाँ, गुरा एक दे बुझाई सबना जियां का एक दाता, सो मैं विसर ना जाई। गुरु कृपा करे कबीर साहब जी दे पावन बचन उपदेश साडे हिरदे च वसन, जीवन का आधार बनन, जीवन सफल होवे। इन्नियां बेनतियां प्रवान करनियां जी, भुलां चुकां दी खिमा करनी। फतेह परवानो। वाहिगुरु जी का खालसा, वाहिगुरु जी की फतेह। रामकली महला तीजा।